ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਨ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਰੇ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਕਰ ਕਮਲਣ ਸੋ ਮਰਦਨ ਕਰੇ। ਬਿਨਤੇ ਸਹਿਤ ਸੋ ਬਾਕ ਉਚਰੇ। ਇੱਕ ਤੋ ਸੇਵਾ ਕਰਤ ਰਹੋ ਹੋਂ। ਦੁਤੀਏ ਬੈਤੇ ਬ੍ਰਿਧ ਭਇਓ ਹੋਂ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਅੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਕਮਲਣ ਸੋ ਮਰਦਨ ਕਰੇ। ਬਿਨਤੇ ਸਹਿਤ ਸੋ ਬਾਪ ਉਚਰੇ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਦਾਤੂ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆ ਕੇ ਸਿੰਘਾਸਨ ਤੇ ਬੈਠਿਆ ਹੋਇਆ ਲੱਤ ਮਾਰੀ ਹੈ। ਸਿੰਘਾਸਨ ਤੋਂ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਥੱਲੇ ਡਿੱਗਦੇ ਨੇ ਔਰ ਫਿਰ ਆਪਣੇ ਆਪ ਸਰੀਰ ਨੂੰ ਸੰਭਾਲਦਿਆਂ ਹੋਇਆ ਸਿੱਖਾਂ ਨੂੰ ਇਸ਼ਾਰਾ ਕਰਦੇ ਨੇ, ਭਾਈ ਤੁਸੀਂ ਨਹੀਂ ਉੱਠਣਾ, ਬੈਠੇ ਰਹੋ, ਕਿਉਂਕਿ ਸਿੱਖਾਂ ਦੇ ਸਾਹਮਣੇ ਗੁਰੂ ਦੀ ਕੋਈ ਬੇਅਦਬੀ ਕਰੇ ਤੇ ਬੜਾ ਔਖਾ ਕਿ ਸਿੱਖ ਜਿਹੜੇ ਉਹਨੂੰ ਬਰਦਾਸ਼ਤ ਕਰ ਸਕਣ। ਕਿਉਂਕਿ ਧੰਨ ਗੁਰੂ ਅਮਰਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਵੀ ਘਟਨਾ ਆਈ ਸੀ ਤਪੇ ਵਾਲੀ। ਇਸ ਤੋਂ ਪਹਿਲਾਂ ਕੋਈ ਸਿੱਖ ਉੱਠਦਾ, ਉੱਠ ਕੇ ਕੁਛ ਗਲਤ ਬੋਲਦਾ, ਗਲਤ ਕਰਦਾ, ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਪਈ ਬੈਠੇ ਰਹੋ। ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਸਰੀਰ ਨੂੰ ਸੰਭਾਲਿਆ, ਉਸੇ ਵੇਲੇ ਸੰਭਾਲਦੇ ਹੋਏ ਉੱਠਦੇ ਨੇ, ਉੱਠ ਕੇ ਦਾਤੂ ਜੀ ਦੇ ਪੈਰਾਂ ਨੂੰ ਫੜ ਲੈਂਦੇ ਨੇ। ਹੁਣ ਗੁਰੂ ਸਾਹਿਬ ਜੀ ਦੀ ਨਿਮਰਤਾ ਦੇਖੋ, ਗਲਤੀ ਵਧੀਕੀ ਦਾਤੂ ਜੀ ਨੇ ਕੀਤੀ ਹੈ, ਪਰ ਧੰਨ ਗੁਰੂ ਅਮਰਦਾਸ ਜੀ ਚਰਨ ਫੜ ਕੇ ਕਹਿੰਦੇ ਨੇ, ਜਿਵੇਂ ਬੇਨਤੀ ਰੂਪ ਵਿੱਚ ਕਹਿ ਰਹੇ ਨੇ ਕਿ ਦਾਤੂ ਜੀ ਇੱਕ ਤੋਂ ਸੇਵਾ ਕਰਤ ਰਹਿਓ। ਦੁਤੀਏ ਬੈਤੇ ਬ੍ਰਿਧ ਭਇਓ। ਸਤਿਗੁਰੂ ਜੀ ਆਪਣੇ ਕਰ ਕਮਲਾਂ ਦੇ ਨਾਲ, ਸੋਹਣੇ ਹੱਥਾਂ ਦੇ ਨਾਲ ਦਾਤੂ ਜੀ ਦੇ ਪੈਰਾਂ ਨੂੰ ਨਾਲੇ ਘੁੱਟਦੇ ਨੇ, ਮਲਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਦਾਤੂ ਜੀ ਇੱਕ ਤੇ ਮੈਂ ਸੇਵਾ ਕਰਦਾ ਰਿਹਾ, ਕਿਉਂਕਿ ਸੇਵਾ ਵੀ ਬੜੀ ਸੌਖੀ ਜੀ ਨਹੀਂ ਸੀ। 4 ਪੋਹ ਤੋਂ ਪਾਣੀ ਭਰ ਕੇ ਲੈ ਜਾਣਾ, ਤੁਰ ਕੇ ਜਾਣਾ, ਤੁਰ ਕੇ ਆਉਣਾ, ਫਿਰ ਸਾਰਾ ਦਿਨ ਲੰਗਰ ਦੀ ਸੇਵਾ ਵੀ ਕਰਨੀ। ਉੱਤੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਰੀਰ ਜਿਹੜਾ ਹੈ ਉਹ ਬਿਰਧ ਹੋ ਗਿਆ ਹੈ, ਔਰ ਜਿਹੜਾ ਕੰਮ ਕਰਨ ਵਾਲਾ ਹੈ ਉਹਦਾ ਸਰੀਰ ਸੁਭਾਵਿਕ ਹੈ ਕਿ ਹੱਡ ਪੈਰ ਜਿਹੜੇ ਨੇ ਮਜ਼ਬੂਤ ਹੁੰਦੇ ਨੇ, ਹੱਡੀਆਂ ਸਖਤ ਹੋਣੀਆਂ ਨੇ। ਜਾਂ ਤੇ ਅਧਿਕ ਸਰੀਰ ਕਠੋਰਾ, ਤੁਮਰੋ ਚਰਨ ਮ੍ਰਿਦਲ ਨਹਿ ਥੋਰਾ। ਇਸ ਕਰਕੇ ਦਾਤੂ ਜੀ ਮੇਰਾ ਸਰੀਰ ਤੇ ਬੜਾ ਸਖਤ ਹੈ, ਤੁਸੀਂ ਸਰੀਰ ਨੂੰ ਠੁੱਡਾ ਮਾਰਿਆ ਹੈ, ਤੁਹਾਡੇ ਪੈਰ, ਤੁਹਾਡੇ ਚਰਨ ਬੜੇ ਕੋਮਲ ਨੇ। ਹੋਇਓ ਹੋਏ ਕੋ ਕਸ਼ਟ ਮਹਾਨਾ,
ਸਿਮੋ ਭਇਓ ਅਪਰਾਧ ਅਜਾਨਾ। ਦਾਤੂ ਜੀ ਤੁਸੀਂ ਮੇਰੇ ਗੁਰੂ ਦੇ ਪੁੱਤਰ ਹੋ, ਤੁਹਾਨੂੰ ਠੁੱਡਾ ਮਾਰਨ ਕਰਕੇ ਬੜਾ ਦੁੱਖ ਲੱਗਿਆ ਹੋਣਾ, ਪੈਰ ਦੁਖਿਆ ਹੋਵੇਗਾ, ਬੜਾ ਮਹਾਨ ਦੁੱਖ ਹੋਇਆ ਹੋਵੇਗਾ। ਇਸ ਕਰਕੇ ਅਪਰਾਧ ਮੇਰਾ ਹੀ ਹੈ, ਗਲਤੀ ਮੇਰੀ ਹੈ, ਮੇਰੇ ਅਪਰਾਧ ਨੂੰ ਬਖਸ਼ੋ। ਔਰ ਦੇਖੋ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਸਹਿਜ ਬਾਹਰ ਨਿਕਲੇ ਨੇ। ਹਜੇ ਕਿਸੇ ਨੂੰ ਨਹੀਂ ਪਤਾ, ਪਰ ਅੱਗੇ ਜਾ ਕੇ ਪਤਾ ਲੱਗਣਾ ਹੈ ਕਿ ਧੰਨ ਗੁਰੂ ਅਮਰਦਾਸ ਜੀ ਤੇ ਨਿਮਰਤਾ ਵਿੱਚ ਕਹਿ ਰਹੇ ਨੇ ਕਿ ਤੁਸੀਂ ਠੁੱਡਾ ਮਾਰਿਆ, ਪੈਰ ਨੂੰ ਦਰਦ ਹੋਈ ਹੋਵੇਗੀ, ਪੀੜ ਹੋਈ ਹੋਵੇਗੀ, ਔਰ ਪੀੜ ਫਿਰ ਐਸੀ ਚੱਲਣੀ ਹੈ ਕਿ ਅੱਗੇ ਜਾ ਕੇ ਪੰਚਮ ਪਾਤਸ਼ਾਹ ਨੇ ਕਿਰਪਾ ਕਿਤੇ ਕਰਨੀ, ਉਦੋਂ ਤੱਕ ਦੁੱਖਦੀ ਰਹਿਣੀ। ਸ੍ਰੀ ਗੁਰ ਕੇ ਸੁਤ ਹੋ ਬੜ ਭਾਗੇ, ਮਮ ਹਿਤਕਾਰ ਇਤਨੋ ਦੁੱਖ ਲਾਗੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਮੇਰੇ ਗੁਰੂ ਦੇ ਪੁੱਤਰ ਹੋ, ਵੱਡੇ ਭਾਗਾਂ ਵਾਲੇ ਹੋ ਕਿ ਗੁਰੂ ਦੇ ਘਰ ਵਿੱਚ ਜਨਮ ਲਿਆ ਹੈ। ਤੁਮ ਕੋ ਦੇਖ ਨਾ ਅਗਰ ਖਰੋਵਾ, ਹੋ ਤੋ ਮਾਨ ਮਮ ਸੋ ਤੁਮ ਖੋਵਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਤੁਸੀਂ ਚੰਗਾ ਕੀਤਾ ਹੈ ਕਿ ਮੈਨੂੰ ਆ ਕੇ ਤਾੜਦਾ। ਕਿਤੇ ਚਾਹੀਦਾ ਤੇ ਸੀ ਕਿ ਮੇਰੇ ਗੁਰੂ ਦਾ ਪੁੱਤਰ ਆਇਆ, ਦੂਰੋਂ ਵੇਖ ਕੇ ਉੱਠ ਕੇ ਤੁਹਾਨੂੰ ਜੀ ਆਇਆ ਕਹਿੰਦਾ, ਪਰ ਕਿਉਂਕਿ ਧਿਆਨ ਹੀ ਨਹੀਂ ਦਿੱਤਾ, ਪਤਾ ਹੀ ਨਹੀਂ ਲੱਗਾ ਮੇਰੇ ਗੁਰੂ ਦਾ ਪੁੱਤਰ ਆਇਆ ਹੈ। ਅਣਜਾਣਪੁਣੇ ਦੇ ਵਿੱਚ ਗਲਤੀ ਹੋ ਗਈ। ਤਾੜਨ ਉਚਿਤ ਜਾਣ ਕਰ ਮਾਰਿਓ, ਭਲੋ ਕਰਿਓ ਨਿਜ ਦਾਸ ਨਿਹਾਰਿਓ। ਧੰਨ ਗੁਰੂ ਅਮਰਦਾਸ ਜੀ ਫਿਰ ਵੀ ਕਹਿੰਦੇ ਨੇ ਬਾਬਾ ਜੀ ਤੁਸੀਂ ਭਲਾ ਕੀਤਾ ਹੈ, ਮੇਰੇ ਤੇ ਪਰਉਪਕਾਰ ਕੀਤਾ ਹੈ। ਤੁਸੀਂ ਆਪਣੇ ਘਰ ਦਾ ਦਾਸ ਜਾਣ ਕੇ ਮੈਨੂੰ ਜਿਹੜੀ ਤਾੜਨਾ ਕਰਕੇ ਇਹ ਲੱਤ ਮਾਰੀ ਹੈ ਨਾ, ਮੇਰਾ ਭਲਾ ਕੀਤਾ, ਮੈਨੂੰ ਸੁਚੇਤ ਕਰ ਦਿੱਤਾ ਹੈ ਕਿ ਉੱਠ ਕੇ ਜੀ ਆਇਆ ਕਹਿਣਾ ਸੀ। ਸੇਵਾ ਆਪਣੇ ਮੋਹਿ ਬਤਾਵੋ, ਕਰੋ ਸੋ ਤਤ ਸੈਨ ਰੋਸ ਹਟਾਵੋ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੰਨੀ ਨਿਮਰਤਾ ਦੇ ਵਿੱਚ ਨੇ ਕਿ ਫਿਰ ਕਹਿੰਦੇ ਨੇ ਬਾਬਾ ਜੀ ਦਾਤੂ ਜੀ ਦੱਸੋ, ਆਪਣੇ ਕੋਈ ਸੇਵਾ ਦੱਸੋ। ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਹੈ, ਪਰ ਇਹ ਜਿਹੜਾ ਰੋਸ ਹੈ, ਜਿਹੜਾ ਗੁੱਸਾ ਹੈ ਆਪਣੇ ਅੰਦਰ, ਇਸ ਗੁੱਸੇ ਨੂੰ ਕੱਢ ਦਿਓ। ਤੁਸੀਂ ਹੁਕਮ ਕਰੋ ਕਿ ਸੇਵਾ ਕੀ ਕਰਨੀ ਹੈ। ਸੁਣ ਦਾਤੂ ਕਰ ਕ੍ਰੋਧ ਉਚਾਰਿਓ, ਇਹ ਕੈਸੇ ਤੈ ਡਿੰਬ ਪਸਾਰਿਓ। ਕਿਉਂਕਿ ਜਿਹੜਾ ਬੰਦਾ ਗੁੱਸੇ ਦੇ ਨਾਲ ਭਰਿਆ ਹੀ ਹੋਵੇ, ਇਹ ਕਹਿ ਜੇ ਕਿ ਗੁੱਸੇ ਦੇ ਨਾਲ ਸੜੇ ਪਿਆ ਹੋਵੇ, ਉਹਨੂੰ ਕੋਈ ਜਿੰਨਾ ਮਰਜ਼ੀ ਮਿੱਠਾ ਬੋਲ ਲੇ, ਉਹਨੂੰ ਮਿੱਠਾ ਬੋਲਣ ਵਾਲਾ ਵੀ ਲੱਗਦਾ ਕਿ ਪਖੰਡ ਕਰ ਰਿਹਾ, ਮਿੱਠਾ ਬੋਲ ਰਿਹਾ। ਹੁਣ ਇਹ ਦਾਤੂ ਜੀ ਕਹਿ ਰਹੇ ਨੇ ਧੰਨ ਗੁਰੂ ਅਮਰਦਾਸ ਜੀ ਕਿ ਤੂੰ ਇਹ ਕਿਵੇਂ ਦਾ ਪਖੰਡ ਰਚਿਆ ਹੈ, ਕਿਵੇਂ ਦਾ ਪਖੰਡ ਕਰਨਾ ਹੈ ਕਿ ਮੈਂ ਲੱਤ ਮਾਰੇ ਤੂੰ ਫਿਰ ਵੀ ਅੱਗੋਂ ਇੰਨਾ ਮਿੱਠਾ ਬੋਲ ਰਿਹਾ, ਇਸ ਤਰ੍ਹਾਂ ਤੂੰ ਕਰਕੇ ਬੋਲ ਰਿਹਾ ਹੈ। ਗੁਰਤਾ ਕਾਦੇ ਹੈ ਹਮ ਪਾਹੇ, ਤੈਂ ਬਾਦੇ ਸਿਰ ਭਾਗ ਸੁਨਾਹੀ। ਤੇ ਦੂਸਰਾ ਪਖੰਡ ਇਹ ਕੀਤਾ ਗੁਰਤਾ ਗੱਦੀ ਤੇ ਬੈਠ ਕੇ। ਦਾਤੂ ਜੀ ਕਹਿੰਦੇ ਨੇ ਤੁਸੀਂ ਗੁਰੂ ਕਦੋਂ ਤੋਂ ਬਣ ਗਏ, ਕਿਉਂਕਿ ਤੈ ਬਾਂਦੇ ਸਿਰ ਭਾਗ ਸੁਨਾਹੀ। ਜਿਹੜੇ ਬਾਬਾ ਬੁੱਢਾ ਜੀ ਪੱਗ ਲਿਆ ਸਨ ਉਹ ਤਾਂ ਤੁਸੀਂ ਬੰਨੀ ਨਹੀਂ ਸਕਦੇ, ਕਿਉਂਕਿ ਦਾਤੂ ਜੀ ਨੇ ਪੱਗ ਖੋਲੀ ਸੀ ਨਾ, ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਹੀ ਖੋਲੀ ਸੀ ਕਿ ਪੱਗ ਤੇ ਮੈਂ ਬੰਨ੍ਹਣੀ ਹੈ। ਪਰ ਹੁਣ ਇਹ ਕਿਹੜਾ ਸਮਝਾਵੇ ਕਿ ਗੁਰਤਾ ਗੱਦੇ ਕੋਈ 4-5 ਮੀਟਰ 4-5 ਗਜ ਦਾ ਜਿਹੜਾ ਕੱਪੜਾ ਹੈ ਉਹਦੇ ਅਧੀਨ ਥੋੜ੍ਹੀ ਹੈ। ਇਹ ਤੇ ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਕਰਦੇ ਨੇ, ਸਤਿਕਾਰ ਵਜੋਂ ਗੁਰਤਾ ਗੱਦੇ ਦੀ ਇੱਕ ਮਰਿਆਦਾ ਬਣਾਈ ਕਿ ਉਸ ਘਰ ਦੇ ਵਿੱਚੋਂ ਪੱਗ ਹੋਣੀ ਸੀ, ਦਸਤਾਰ ਹੋਣੀ ਸੀ, ਬੰਨ੍ਹਣੀ ਸੀ। ਇਹ ਦਸਤਾਰ ਤੇ ਪ੍ਰਿਥੀ ਨੇ ਵੀ ਖੋਈ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਦਸਤਾਰ ਬੰਨ੍ਹਣ ਲੱਗੇ ਸਨ। ਆਪਣੇ ਆਪ ਦੇ ਵਿੱਚ ਗੁਰੂ ਬਣੇ ਬਥੇਰੇ, ਪਰ ਸਿੱਖਾਂ ਨੇ ਮੂੰਹ ਥੋੜ੍ਹੀ ਲਾਇਆ ਸੀ। ਹੁਣ ਦਾਤੂ ਜੀ ਕਹਿੰਦੇ ਨੇ ਕਿ ਪੱਗ ਤੇ ਤੁਸੀਂ ਬੰਨ੍ਹੀ ਨਹੀਂ ਕਿਉਂਕਿ ਮੈਂ ਖੋਲੀ ਸੀ, ਫਿਰ ਗੁਰੂ ਕਿਵੇਂ ਬਣ ਗਏ। ਸਭ ਨੇ ਮੁਝ ਕੋ ਪਾਗ ਬੰਧਾਈ, ਤੈਂ ਕੈਸੇ ਕਰ ਆਪ ਪੁਜਾਈ। ਪੱਗ ਖੋ ਕੇ ਆਪ ਬੰਨ੍ਹੀ ਸੀ। ਹੁਣ ਦਾਤੂ ਜੀ ਕਹਿੰਦੇ ਸਾਰਿਆਂ ਨੇ ਪੱਗ ਤੇ ਮੈਨੂੰ ਬਣਵਾਈ ਸੀ ਗੁਰਤਾ ਗੱਦੀ ਵਾਲੀ, ਤੇ ਤੂੰ ਗੁਰੂ ਬਣ ਕੇ ਆਪਣੇ ਆਪ ਨੂੰ ਪੁਜਾ ਕਿਵੇਂ ਰਿਹਾ ਹੈ, ਪਖੰਡ ਕਿਉਂ ਕਰ ਰਿਹਾ। ਗੁਰੂ ਭਇਓ ਤੂੰ ਆਪੇ ਆਪ, ਹਮੈ ਦੇਖ ਲਾਗਤ ਸੰਤਾਪ। ਦਾਤੂ ਜੀ ਕਹਿੰਦੇ ਨੇ ਤੂੰ ਆਪਣੇ ਆਪ ਹੀ ਗੁਰੂ ਬਣ ਗਿਆ,
ਸਾਨੂੰ ਵੇਖ ਕੇ ਤਾਂ ਬੜਾ ਦੁੱਖ ਹੋਇਆ, ਬੜਾ ਸੰਤਾਪ ਲੱਗਿਆ ਕਿ ਆਪਣੇ ਆਪ ਗੁਰੂ ਕਿਵੇਂ ਬਣ ਗਏ ਨੇ, ਔਰ ਜਿਹੜੀਆਂ ਸੰਗਤਾਂ ਨੇ ਉਹ ਵੀ ਸਾਰੀਆਂ ਤੁਹਾਡੇ ਕੋਲ ਹੀ ਆਉਣ ਲੱਗ ਗਈਆਂ। ਇਹ ਪਖੰਡ ਨ ਹੈ ਮੋਹਿ ਸੁਹਾਵੈ, ਇੱਕ ਸੰਗਤ ਆਵੈ ਇੱਕ ਜਾਵੈ। ਅਸਲ ਵਿੱਚ ਦੁੱਖ ਤੇ ਇਹ ਸੀ ਕਿ ਸੰਗਤਾਂ ਦੇ ਇੱਥੇ ਰੌਣਕਾਂ ਲੱਗੀਆਂ ਨੇ, ਇੱਕ ਆ ਰਿਹਾ ਹੈ ਇੱਕ ਜਾ ਰਿਹਾ ਹੈ। ਹੁਣ ਦਾਤੂ ਵੇਖ ਕੇ ਕਹਿੰਦਾ ਕਿ ਇਹ ਮੈਨੂੰ ਬਿਲਕੁਲ ਨਹੀਂ ਸਹਾਉਂਦਾ, ਬਿਲਕੁਲ ਚੰਗਾ ਨਹੀਂ ਲੱਗਦਾ ਕਿ ਤੁਹਾਡੇ ਕੋਲ ਲੋਕ ਆਉਣ, ਇੱਕ ਆ ਰਿਹਾ ਇੱਕ ਜਾ ਰਿਹਾ, ਇੰਨੀ ਭੀੜ ਤੁਹਾਡੇ ਕੋਲ ਲੱਗੀ ਰਹੇ। ਅਤ ਸੁਦੇ ਥੇ ਪਿਤਾ ਹਮਾਰੇ, ਕਰੇ ਸੇਵ ਤਿਨ ਕੇ ਸ਼ਬ ਧਾਰੇ। ਹੁਣ ਦਾਤੂ ਜੀ ਕਹਿੰਦੇ ਨੇ ਸਾਡੇ ਪਿਤਾ ਜੀ ਬੜੇ ਸਿੱਧੇ ਸਨ, ਸਰਲ ਸੁਭਾਅ ਦੇ ਸਨ। ਤੁਸੀਂ ਉਹਨਾਂ ਨਾਲ ਛਲ ਕੀਤਾ ਹੈ, ਉਹਨਾਂ ਦੀ ਸੇਵਾ ਕਰਕੇ ਉਹਨਾਂ ਤੋਂ ਗੁਰਤਾ ਗੱਦੀ ਲੈ ਲਈ ਹੈ। ਨਾਲੇ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਕਿ ਗੁਰੂ ਤੇ ਮੈਂ ਸਾਰਿਆਂ ਨੇ ਦਸਤਾਰ ਮੈਨੂੰ ਬਣਾਈ ਹੈ। ਹੁਣ ਕਹਿ ਰਿਹਾ ਗੁਰੂ ਪਿਤਾ ਜੀ ਸਿੱਧੇ ਸਨ, ਤੁਸੀਂ ਉਹਨਾਂ ਨਾਲ ਛਲ ਕਰਕੇ ਸੇਵਾ ਕਰਕੇ ਕਪਟ ਕਰਕੇ ਉਹਨਾਂ ਤੋਂ ਗੁਰਤਾ ਗੱਦੀ ਲਈ ਹੈ, ਕਿਉਂਕਿ ਪਤਾ ਤਾਂ ਹੈ ਗੁਰਤਾ ਗੱਦੀ ਮਿਲੀ ਦਿੱਤੀ ਹੈ। ਝੂਠ ਸਾਚ ਤਿਨ ਤੇ ਕਹਿਵਾਏ, ਬਚਨ ਬੈਠਿਓ ਗੁਰ ਬਨ ਬੈਠਿਓ ਗੁਰ ਗਰਭ ਵਢਾਏ। ਕਹਿੰਦੇ ਸੱਚ ਝੂਠ ਕਹਿ ਕੇ ਉਹਨਾਂ ਤੋਂ ਪਾਸੋਂ ਵਾਲਿਸ਼ਲ ਕਰਾ ਕੇ ਤੁਸੀਂ ਕਵਾ ਲਿਆ ਕਿ ਸਾਡੇ ਥਾਂ ਤੇ ਇਹ ਬੈਠਣਗੇ, ਤੇ ਹੁਣ ਘੁਮੰਡ ਕਰਕੇ ਹੰਕਾਰ ਕਰਕੇ ਹੰਕਾਰ ਨੂੰ ਵਧਾ ਕੇ ਤੁਸੀਂ ਗੁਰੂ ਬਣ ਕੇ ਬੈਠ ਵੀ ਗਏ। ਇਸ ਥਲ ਤੇ ਉੱਠ ਕਰ ਚੱਲ ਜਾਈਐ, ਬਹੁਰ ਨ ਬੈਠੋ ਤੰਬ ਕਬਈਐ। ਹੁਣ ਦਾਤੂ ਜੀ ਕਹਿੰਦੇ ਨੇ ਇਸ ਥਾਂ ਤੋਂ ਉੱਠ ਕੇ ਚਲੇ ਜਾਓ। ਤੁਸੀਂ ਕਿਹਾ ਨਾ ਸੇਵਾ ਕਰੋ, ਮੈਨੂੰ ਹੁਕਮ ਦੱਸੋ ਮੈਂ ਸੇਵਾ ਕਰਾਂਗਾ, ਤੇ ਜੇ ਸੱਚਮੁੱਚ ਸੇਵਾ ਕਰਨੀ ਇਸ ਥਾਂ ਤੋਂ ਉੱਠ ਕੇ ਚਲੇ ਜਾਓ ਔਰ ਦੁਬਾਰੇ ਪਰਤ ਕੇ ਇਸ ਥਾਂ ਤੇ ਕਦੇ ਆਇਓ ਵੀ ਨਾ, ਕਿਉਂਕਿ ਉਹਨੂੰ ਲੱਗਦਾ ਸੀ ਸ਼ਾਇਦ ਥਾਂ ਕਰਕੇ ਲੋਕ ਇੱਥੇ ਆਉਂਦੇ, ਥਾਂ ਕਰਕੇ ਨਹੀਂ ਆਉਂਦੇ। ਮੇਰਾ ਗੁਰੂ ਜਿੱਥੇ ਕਦਮ ਰੱਖਦਾ ਉਹ ਥਾਂ ਹੀ ਭਾਗਾ ਵਾਲੀ ਹੋ ਜਾਂਦੀ ਹੈ। ਪਿਤਾ ਹਮਾਰੇ ਕਹਿ ਤੁਝ ਤਾਈ, ਨਗਰੇ ਗੋਬਿੰਦਵਾਨ ਬਸਾਈ। ਦਾਤੂ ਜੀ ਕਹਿੰਦੇ ਨੇ ਕਿ ਮੇਰੇ ਪਿਤਾ ਨੇ ਧੰਨ ਗੁਰੂ ਅੰਗਦ ਦੇਵ ਜੀ ਨੇ ਤੁਹਾਨੂੰ ਇਹ ਗੋਬਿੰਦਵਾਲ ਨਗਰੀ ਵਸਾਉਣ ਵਾਸਤੇ ਕਿਹਾ ਸੀ ਕਿ ਜਾ ਕੇ ਵਸਾ ਦਿਓ, ਘਰ ਬਣਾ ਕੇ ਲੋਕਾਂ ਨੂੰ ਦੇ ਦਿਓ। ਬੈਠਿਓ ਮਾਲਕ ਤਿਸ ਕੋ ਹੋਏ, ਹਮਕੋ ਨਹਿ ਜਾਣਿਓ ਕਿਤ ਕੋਏ। ਤੁਸੀਂ ਇਹ ਨਗਰੇ ਵਸਾ ਕੇ ਇੱਥੋਂ ਦੇ ਮਾਲਕ ਹੀ ਬਣ ਕੇ ਬੈਠ ਗਏ। ਤੁਹਾਨੂੰ ਤੇ ਕੰਮ ਦਿੱਤਾ ਸੀ, ਡਿਊਟੀ ਲਾਈ ਸੀ, ਸੇਵਾ ਲਾਈ ਸੀ, ਤੁਸੀਂ ਸੇਵਕ ਬਣ ਕੇ ਆਏ ਸੀ ਨਾ, ਤੁਸੀਂ ਤੇ ਮਾਲਕ ਬਣ ਕੇ ਬੈਠ ਕੇ ਸਾਨੂੰ ਸਮਝੇ ਹੀ ਨਹੀਂ, ਮਾਲਕ ਤੇ ਅਸੀਂ ਹਾਂ। ਅਬ ਸੇਵਾ ਕੁਛ ਨਹੀਂ ਹਮਾਰੀ, ਉੱਠ ਗਮਣੋ ਤੂਰਨਤਾ ਧਾਰੇ। ਕਹਿੰਦੇ ਸਾਡੇ ਪਿਤਾ ਨੇ ਤੁਹਾਨੂੰ ਸੇਵਾ ਦਿੱਤੀ ਤੇ ਤੁਸੀਂ ਮਾਲਕ ਬਣ ਗਏ। ਤੇ ਦਾਤੂ ਜੀ ਕਹਿੰਦੇ ਨੇ ਹੁਣ ਸਾਡੀ ਸੇਵਾ ਹੋਰ ਕੋਈ ਨਹੀਂ, ਬਸ ਇੱਕੋ ਹੀ ਸੇਵਾ ਕਿ ਉੱਠ ਕੇ ਤੋਂ ਚਲੇ ਜਾਓ ਔਰ ਦੁਬਾਰੇ ਆਇਓ ਨਾ। ਸੁਣ ਕਰ ਸਭਾ ਨਾ ਬੋਲ ਸਕੈ ਹੈ, ਕਰਤ ਢੇਡਤਾ ਬਦਨ ਤੱਕੇ ਹੈ। ਇਹ ਕੁਝ ਸੁਣ ਕੇ ਜਿਹੜੀ ਸੰਗਤ ਹੈ, ਸਿੱਖ ਨੇ, ਬਾਬਾ ਬੁੱਢਾ ਸਾਹਿਬ ਜੀ ਆਦਿਕ ਨੂੰ ਬੈਠੇ ਨੇ, ਪਰ ਕੋਈ ਬੋਲ ਨਹੀਂ ਸਕਿਆ, ਕਿਉਂਕਿ ਗੁਰੂ ਸਾਹਿਬ ਨੇ ਸਭ ਨੂੰ ਪਹਿਲੋਂ ਕਿਹਾ ਸੀ ਭਾਈ ਸ਼ਾਂਤ ਰਹੋ, ਚੁੱਪ ਰਹੋ। ਬਸ ਜਿਵੇਂ ਬੰਦਾ ਢੇਠ ਹੋ ਜਾਂਦਾ, ਢੇਠ ਹੋ ਕੇ ਇਸ ਦਾਤੂ ਜੀ ਦੇ ਬੋਲ ਸੁਣਦੇ ਰਹੇ ਕਿ ਗੁਰੂ ਸਾਹਿਬ ਦਾ ਹੁਕਮ ਹੈ ਭਾਈ ਤੁਸੀਂ ਨਹੀਂ ਬੋਲਣਾ, ਚੁੱਪ ਰਹਿਣਾ। ਗੁਰ ਕੋ ਡਰ ਧਾਰ ਬੈਠ ਰਹੇ ਹੈ, ਭਲੇ ਬੁਰੇ ਕਿਸਹੂ ਨਾ ਕਹੇ ਹੈ। ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ, ਗੁਰੂ ਸਾਹਿਬ ਦੇ ਭੈ ਦੇ ਵਿੱਚ ਰਹਿ ਕੇ ਸਿੱਖ ਚੁੱਪ ਕਰਕੇ ਬੈਠੇ ਰਹੇ। ਉਹਨਾਂ ਨੇ ਆਪਣੇ ਮੂੰਹ ਤੋਂ ਕੋਈ ਬੁਰਾ ਭਲਾ ਨਹੀਂ ਕਿਹਾ, ਬਸ ਜਿਵੇਂ ਢੀਠ ਹੋ ਕੇ ਕਿ ਸਾਹਮਣੇ ਗੁਰੂ ਸਾਹਿਬ ਜੀ ਨੂੰ ਵੇਖਦੇ ਨੇ, ਉੱਧਰੋਂ ਦਾਤੂ ਨੂੰ ਵੇਖਦੇ ਨੇ ਕਰਦਾ ਕੀ ਪਿਆ ਹੈ, ਇਹਦੇ ਚਾਲੇ ਕੀ ਨੇ। ਬਿਸਮਤ ਪਿਕ ਗੁਰ ਗੁਰ ਤਵਤਾਈ, ਹੌਰੇ ਪੁਰਖਣ ਕੇ ਹਰਵਾਈ। ਪਰ ਸਿੱਖ ਜਿਹੜੇ ਨੇ ਸੰਗਤਾਂ ਨੇ, ਕੁਝ ਨਵੀਆਂ ਸੰਗਤਾਂ ਵੀ ਨੇ, ਉਹ ਧੰਨ ਗੁਰੂ ਅਮਰਦਾਸ ਜੀ ਤੇ ਗੰਭੀਰਤਾ ਨੂੰ ਵੇਖ ਵੇਖ ਕੇ, ਉਹਨਾਂ ਦੀ ਨਿਮਰਤਾ ਨੂੰ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ। ਉੱਧਰੋਂ ਦਾਤੂ ਜੀ ਦੇ ਹੌਲੇਪਨ ਨੂੰ, ਕਿ ਜਿਹੜਾ ਅੰਦਰ ਕੜਾ ਬਿਲਕੁਲ ਖਾਲੀ ਤੇ ਇੰਨਾ ਛੜਕ ਰਿਹਾ, ਕਿਸੇ ਦੀ ਪਰਵਾਹ ਨਹੀਂ ਕਰਦਾ, ਇੰਨਾ ਖੜਕ ਰਿਹਾ।
ਉਹ ਵੀ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਐਡਾ ਢਿੱਡ ਬੰਦਾ ਵੀ ਹੁੰਦਾ ਹੈ, ਐਡਾ ਬੇਸ਼ਰਮ ਬੰਦਾ ਵੀ ਹੁੰਦਾ ਹੈ ਕਿ ਉਮਰ ਵਿੱਚ ਵੀ ਸਤਿਗੁਰੂ ਜੀ ਬਜ਼ੁਰਗ ਨੇ ਔਰ ਸਾਰਿਆਂ ਦੇ ਸਾਹਮਣੇ ਆ ਕੇ ਇਵੇਂ ਦੇ ਬੋਲ ਰਿਹਾ ਹੈ। ਸ੍ਰੀ ਗੁਰ ਆਪਣੇ ਸੁਮਣ ਥਾਨ, ਤਬ ਲੋ ਪਛਮ ਰਵ ਅਸਤਾਇਓ, ਸੰਧਿਆ ਭਏ ਤਿਮਰ ਗਣਸ਼ਾਇਓ। ਇਹ ਸਾਰਾ ਕੁਝ ਵਾਰਤਾਲਾਪ ਗੱਲਾਂ ਬਾਤਾਂ ਹੁੰਦਿਆਂ ਤੱਕ ਸ਼ਾਮ ਪੈ ਗਈ, ਸੂਰਜ ਡੁੱਬ ਗਿਆ, ਹਨੇਰਾ ਪੈ ਗਿਆ। ਸਭ ਉੱਠ ਉੱਠੇ ਆਪਣੇ ਅਸਥਾਨਾਂ, ਮਤ ਬਿਸਮਤ ਹੋਏ ਕੀਨ ਪਿਆਨਾ। ਸਾਰੇ ਉੱਠ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਜਿਹੜੇ ਦੂਰੋਂ ਆਏ ਸਨ, ਜਿੱਥੇ ਜਿੱਥੇ ਉਹਨਾਂ ਨੇ ਕਿਤੇ ਡੇਰੇ ਲਾਏ, ਆਸਣ ਲਾਏ, ਉਹ ਆਪੋ ਆਪਣੇ ਟਿਕਾਣਿਆਂ ਤੋਂ ਉੱਠ ਕੇ ਚਲੇ ਗਏ ਔਰ ਹੈਰਾਨ ਸਾਰੇ ਬੜੇ ਸਨ। ਸਿਰ ਗੁਰੇ ਆਪਣੇ ਸੋਵਣ ਥਾਨ, ਜਾਏ ਬਿਰਾਜੇ ਕਿਰਪਾ ਨਿਧਾਨ। ਧੰਨ ਗੁਰੂ ਅਮਰਦਾਸ ਜੀ ਆਪਣੇ ਸੌਣ ਵਾਲੇ ਸਥਾਨ 'ਤੇ, ਜਿੱਥੇ ਚੁਬਾਰੇ ਉੱਤੇ ਜਾ ਕੇ ਆਰਾਮ ਕਰਦੇ ਸਨ, ਉੱਥੇ ਜਾ ਕੇ ਬਿਰਾਜਮਾਨ ਹੋ ਗਏ। ਕਿਰਪਾ ਦੇ ਘਰ, ਕਿਰਪਾ ਦੇ ਵਿੱਚ ਆਏ। ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਨਾ ਦੁੱਖ ਹੈ, ਨਾ ਸੋਗ ਹੈ, ਨਾ ਕੋਈ ਦਾਤੂ ਪ੍ਰਤੀ ਉਲੰਭ ਹੈ। ਇੱਕੋ ਰਸ ਵਿੱਚ ਬੈਠੇ ਨੇ। ਦਾਤੋ ਰਹਿਓ ਤਿਸੇ ਥਲ ਮਾਹੇ, ਕੁਛ ਸੇਵਕ ਜੈ ਸੰਗੀ ਆਹੇ। ਬਸ ਉੱਥੇ ਇਕੱਲਾ ਦਾਤੂ ਬੈਠਾ ਰਹਿ ਗਿਆ ਔਰ ਦਾਤੇ ਦੇ ਨਾਲ ਜਿਹੜੇ ਹੁੰਦੇ ਕੁਝ ਆਪਣੇ ਆਪ ਨੂੰ ਮਿੱਤਰ ਖਵਾਉਂਦੇ ਸਨ, ਖੱਤਰੀ ਮਿੱਤਰ। ਇਹ ਕਹਿ ਲਈਏ ਕਿ ਦਾਤੂ ਦੇ ਜਿਹੜੇ ਕੋਈ 5-7 ਨਾਲ ਚੇਲੇ ਵੀ ਆਏ ਹੋਣਗੇ, ਉਹ ਬੈਠੇ ਰਹਿ ਕੇ, ਬਾਕੀ ਸਾਰੇ ਉੱਠ ਕੇ ਚਲੇ ਗਏ। ਦੋਹਰਾ ਸਿਰ ਗੁਰੇ ਅਮਰ ਵਿਚਾਰ ਕੈ, ਕਲੇ ਬੁਰੇ ਬਹੁਮਾਨ। ਇੱਥੇ ਕਵੀ ਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲਾ ਅਧਿਆਇ ਨੰਬਰ 35 ਸ਼ੁਰੂ ਕਰਦੇ ਹੋਏ ਲਿਖਦੇ ਨੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਕਿ ਕਲਾ ਬੁਰੀ ਬਹੁ ਮਾਨ। ਇਹ ਜਿਹੜੀ ਕਲਾ ਹੈ, ਕਲੇਸ਼ ਹੈ, ਬੜਾ ਬੁਰਾ ਹੁੰਦਾ ਹੈ। ਪੂਰੇ ਕਿ ਇੱਥੇ ਆਮ ਕਹਾਵਤ ਹੈ ਕਿ ਜਿੱਥੇ ਕਲਾ ਕਲੇਸ਼ ਵਸੇ, ਘੜਿਓ ਪਾਣੀ ਨਸੇ। ਉਸ ਘੜੇ ਵਿੱਚੋਂ ਤੇ ਪਾਣੀ ਵੀ ਜਿਹੜਾ ਗਾਇਬ ਹੋ ਜਾਂਦਾ, ਜਿਹੜੇ ਘਰ ਵਿੱਚ ਹਰ ਵੇਲੇ ਕਲਾ ਰਹੇ। ਇਹ ਧੰਨ ਗੁਰੂ ਅਮਰਦਾਸ ਜੀ ਵਿਚਾਰ ਕਰਦੇ ਨੇ ਵੀ ਕਲਾ ਬੁਰੀ ਹੈ, ਭਾਵੇਂ ਕਿਸੇ ਵੀ ਢੰਗ ਨਾਲ ਹੋਵੇ, ਕੋਈ ਵੀ ਕਰੇ। ਨਿਸ ਆਦੇ ਮਹਿ ਨਿਕਸ ਕਰ, ਵਹਿਰ ਕੇਨ ਪ੍ਰਸਥਾਨ। ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅੱਧੀ ਰਾਤ ਨੂੰ ਉੱਠੇ ਨੇ। ਅੱਗੇ ਪੈਰ ਰਾਤ ਰਹਿੰਦੇ ਉੱਠਦੇ ਸਨ, ਅੱਜ ਅੱਧੀ ਰਾਤ ਨੂੰ ਉੱਠ ਗਏ ਔਰ ਉਹ ਥਾਂ ਛੱਡ ਕੇ ਕਿਸੇ ਹੋਰ ਥਾਂ 'ਤੇ ਚਲੇ ਗਏ। ਚਲੇ ਏਕਾਕੇ ਕਛੂ ਨ ਲੀਨਾ, ਬਿਨ ਪਦ ਤ੍ਰਾਣ ਪਿਆਨੋ ਕੀਨਾ। ਸਤਿਗੁਰੂ ਜੀ ਨੇ ਕਿਸੇ ਨਾਲ ਕੋਈ ਬਚਨ ਨਹੀਂ ਕਿਹਾ, ਕਿਸੇ ਨੂੰ ਕੁਝ ਨਹੀਂ ਦੱਸਿਆ ਕਿੱਥੇ ਜਾਣਾ ਹੈ, ਕਿਉਂ ਜਾਣਾ ਹੈ। ਬਸ ਇਕੱਲੇ ਚੱਲ ਕੇ ਉੱਠ ਗਏ ਔਰ ਗੁਰੂ ਸਾਹਿਬ ਜੀ ਨੇ ਆਪਣੇ ਨਾਲ ਕੁਝ ਲਿਆ ਵੀ ਨਹੀਂ। ਇੱਥੋਂ ਤੱਕ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਨ ਪਦ ਤ੍ਰਾਣ, ਭਾਵ ਕਿ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ, ਕੋਈ ਖੜਾਵ ਨਹੀਂ, ਕਿ ਦਾਤੂ ਨੂੰ ਕਿਤੇ ਇਹ ਨਾ ਲੱਗੇ ਸਾਡੇ ਘਰ ਦੀ ਕੋਈ ਇੱਥੋਂ ਚੀਜ਼ ਲੈ ਗਏ ਨੇ। ਨਾਲ ਕੁਝ ਨਹੀਂ ਲਿਆ, ਇਕੱਲੇ ਉੱਠ ਕੇ ਚੱਲ ਪਏ। ਬਾਸਰ ਕੇ ਨਗਰੀ ਤੇ ਉਰੇ, ਸੁੰਦਰ ਅਵਣੇ ਤਹਾਂ ਨਿਹਰੇ। ਕਿਉਂਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਿੰਡ ਬਾਸਰ ਕੇ ਹੈ। ਆਪਣੇ ਜੱਦੇ ਪਿੰਡ ਬਾਸਰ ਕੇ ਨੂੰ ਜਾਂਦੇ ਨੇ ਤੇ ਪਿੰਡ ਬਾਸਰ ਕੇ ਤੋਂ ਥੋੜਾ ਜਿਹਾ ਪਹਿਲਾਂ ਹੀ ਇੱਕ ਬੜੀ ਸੋਹਣੀ ਗੁਰੂ ਸਾਹਿਬ ਜੀ ਨੇ ਥਾਂ ਵੇਖੀ, ਜਿਹੜੀ ਬਿਲਕੁਲ ਇਕਾਂਤ ਵਿੱਚ ਹੈ। ਤੇਨ ਪਾਲ ਕੋ ਕੋਸ਼ਟ ਹੇਰਾ, ਤਿਸ ਦਰ ਪਰ ਲਿਖ ਕੀਨ ਬਸੇਰਾ। ਉਸ ਥਾਂ ਤੇ ਗੁਰੂ ਸਾਹਿਬ ਨੇ ਕੀ ਦੇਖਿਆ, ਥਾਂ ਖੁੱਲੀ ਹੈ, ਇੱਕ ਧੇਨ ਪਾਲ ਗਊਆਂ ਦਾ ਪਾਲਕ ਹੈ ਕਿ ਜਿਹਨੇ ਇੱਕ ਕੋਠਾ ਬਣਾਇਆ, ਘਰ ਬਣਾਇਆ, ਪਰ ਘਰ ਖਾਲੀ ਸੀ, ਘਰ ਦੇ ਵਿੱਚ ਕੋਈ ਨਹੀਂ। ਗੁਰੂ ਸਾਹਿਬ ਜੀ ਨੂੰ ਕੋਠਾ ਵੇਖ ਕੇ ਉਸ ਕੋਠੇ ਦੇ ਉੱਤੇ, ਉਸ ਕੋਠੇ ਵਿੱਚ ਆਪਣਾ ਬਸੇਰਾ ਕਰ ਲਿਆ ਜੀ। ਤਿਸ ਦਰ ਪਰ ਲਿਖ ਕੀਨ ਬਸੇਰਾ, ਤੇ ਬਸੇਰਾ ਐਵੇਂ ਨੇ ਦਰਵਾਜ਼ੇ ਦੇ ਉੱਤੇ ਲਿਖ ਦਿੱਤਾ। ਲਿਖਿਆ ਕੀ ਜੀ, ਜੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਚਨ ਕਹੇ ਸਨ।
ਜਦੋਂ ਮਹਾਦੇਵ ਬਦਾਵਾ ਪਟਾਉਂਦੇ ਨੇ ਕਿ ਸਤਿਗੁਰੂ ਜੋ ਬਦਾਵਾ ਪਾੜ ਦਿਓ, ਆਪਣੇ ਹੱਥੀਂ ਲੈ ਕੇ ਗਏ ਸਨ, ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਇੱਥੇ ਧੰਨ ਗੁਰੂ ਅਮਰਦਾਸ ਜੀ ਆਪ ਲਿਖਦੇ ਨੇ ਕਿ ਇਸ ਤਾਰ ਜੋ ਨਾਰ ਕਰੇ ਉਪਾਰੇ, ਤਿਸਕੇ ਗੁਰ ਨਹਿ ਸਿੱਖ ਹਮਾਰੇ। ਦਰਵਾਜ਼ੇ ਦੇ ਅੱਗੇ ਫੱਟੀ ਲਿਖ ਦਿੱਤੀ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਭਈ ਅਸੀਂ ਉਹਦੇ ਗੁਰੂ ਨਹੀਂ, ਉਹ ਸਾਡਾ ਸਿੱਖ ਨਹੀਂ। ਲੋਕ ਪਰਲੋਕ ਦੋਣ ਹੀ ਖੋਵੈ, ਨਹੀਂ ਸਹਾਇਕ ਹਮ ਤਬ ਹੋਵੈ। ਇਹ ਦਰਵਾਜ਼ਾ ਜਿਹੜਾ ਖੋਲ੍ਹੇਗਾ ਆਪਣਾ ਲੋਕ ਵੀ ਗਵਾ ਲੇਗਾ ਤੇ ਪਰਲੋਕ ਵੀ ਗਵਾ ਕੇ ਬੈਠ ਜਾਏਗਾ। ਅਸੀਂ ਉਹਦੇ ਸਹਾਇਕ ਨਾ ਇਸ ਮਾਤਲੋਕ ਵਿੱਚ ਹੋਵਾਂਗੇ, ਨਾ ਅੱਗੇ ਪਰਲੋਕ ਵਿੱਚ ਜਾ ਕੇ ਸਹਾਇਕ ਬਣਾਂਗੇ। ਚਿਣਦਾਰ ਕੋ ਲਿਖ ਕੈਸੋ ਪ੍ਰਵੇਸ਼ੇ, ਪਦ ਮਾਸਣ ਕਰ ਸ੍ਰੀ ਗੁਰ ਬੈਸੇ। ਇਹ ਦਰਵਾਜ਼ੇ ਦੇ ਸਾਹਮਣੇ ਲਿਖ ਦਿੱਤਾ ਜੀ ਵੀ ਜਿਹੜਾ ਦਰਵਾਜ਼ੇ ਨੂੰ ਖੋਲ੍ਹੇਗਾ ਲੋਕ ਪਰਲੋਕ ਦੇ ਵਿੱਚ ਦੁਖੀ ਹੋਏਗਾ। ਅਸੀਂ ਸਹਾਇਕ ਨਹੀਂ ਬਣਨਾ, ਅਸੀਂ ਉਹਦੇ ਗੁਰੂ ਨਹੀਂ। ਸਤਿਗੁਰੂ ਜੀ ਉਸ ਕੋਠੇ ਦੇ ਅੰਦਰ ਪ੍ਰਵੇਸ਼ ਕਰਕੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਦਮ ਆਸਣ ਲਾ ਕੇ ਬੈਠ ਗਏ। ਔਰ ਪਦਮ ਆਸਣ ਆਪ ਜੀ ਜਾਣਦੇ ਹੋ, ਇੱਕ ਲੱਤ ਦੇ ਉੱਤੇ ਪੈਰ ਰੱਖਣਾ, ਫਿਰ ਦੂਸਰਾ ਪੈਰ ਦੂਸਰੀ ਲੱਤ ਉੱਤੇ ਰੱਖ ਲੈਣਾ। ਇਹ ਪਦਮ ਆਸਣ ਹੈ ਕਿ ਪੈਰਾਂ ਦੀਆਂ ਦੋਵੇਂ ਤਲੀਆਂ ਜਿਹੜੀਆਂ ਨੇ ਉਤਲੇ ਪਾਸੇ ਨੂੰ ਜਾਂਦੀਆਂ ਨੇ। ਸਤਿਗੁਰੂ ਜੀ ਉਹ ਪਦਮ ਆਸਣ ਲਾ ਕੇ ਬੈਠ ਗਏ ਨੇ। ਛਪੇ ਤਹਾ ਨਹਿ ਜਾਣੇ ਕੋ, ਨਿਜ ਸਰੂਪ ਮਹਿ ਥਿਤ ਬ੍ਰਿਤ ਹੂ। ਸਤਿਗੁਰੂ ਜੀ ਉਸ ਕੋਠੇ ਦੇ ਵਿੱਚ ਜਾ ਕੇ ਬੈਠ ਗਏ, ਇਹਦੇ ਬਾਰੇ ਕੋਈ ਨਹੀਂ ਜਾਣਦਾ, ਕਿਸੇ ਨਾਲ ਕੋਈ ਗੱਲ ਨਹੀਂ ਸੀ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਨਿਜ ਸਰੂਪ ਦੇ ਵਿੱਚ ਐਨ ਉਸੇ ਤਰ੍ਹਾਂ ਆਨੰਦ ਦੇ ਵਿੱਚ ਪਦਮ ਆਸਣ ਲਾ ਕੇ ਉਸ ਆਸਣ ਦੇ ਵਿੱਚ ਟਿਕ ਗਏ। ਅਚਲ ਸਮਾਦ ਅਗਾਧ ਲੱਗੀ ਹੈ, ਬ੍ਰਹਮ ਸਰੂਪ ਆਨੰਦ ਪੱਗੇ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਅਗਾਧ ਪਰਮੇਸ਼ਰ ਦੇ ਵਿੱਚ ਅਗਾਧ ਬਿਰਤੀ ਲਾ ਲਈ, ਅਗਾਧ ਸਮਾਧੀ ਲਾ ਲਈ। ਅਗਾਧ ਸਮਾਧੀ ਤੇ ਨਾਲ ਅਚਲ ਸਮਾਧ ਹੈ ਕਿ ਸਰੀਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੰਗ ਜਿਹੜਾ ਹਿੱਲਦਾ ਨਹੀਂ, ਇਸ ਤਰ੍ਹਾਂ ਦੀ ਸਮਾਧੀ ਲਈ। ਸਰੀਰ ਵੀ ਅਗਾਧ ਕਰ ਲਿਆ, ਸਮਾਧੀ ਦੇ ਵਿੱਚ ਟਿਕਾ ਲਿਆ। ਆਪ ਵੀ ਅਗਾਧ ਨੇ, ਆਪ ਉਸ ਅਗਾਧ ਦੇ ਪਰਮੇਸ਼ਰ ਦੇ ਵਿੱਚ ਧਿਆਨ ਹੋ ਗਏ ਨੇ। ਬ੍ਰਹਮ ਸਰੂਪ ਆਨੰਦ ਪੱਗੀ ਹੈ। ਸਤਿਗੁਰੂ ਜੀ ਉਸ ਆਨੰਦ ਵਿੱਚ ਟਿਕ ਗਏ। ਪ੍ਰਾਤ ਭਏ ਗੁਰ ਨਹਿ ਤਹਿ ਪਾਏ, ਖੋਜਤ ਹੈ ਸਭ ਕਹ ਸਿਧਾਏ। ਉਧਰੋਂ ਦਿਨ ਚੜ੍ਹ ਗਈ। ਪਹਿਰ ਰਾਤ ਰਹਿੰਦਿਆਂ ਉੱਠ ਕੇ ਸਤਿਗੁਰੂ ਜੀ ਇਸ਼ਨਾਨ ਕਰਦੇ ਸਨ। ਭਾਈ ਬੱਲੂ ਜੀ ਉਡੀਕ ਰਹੇ ਨੇ ਕਿ ਗੁਰੂ ਸਾਹਿਬ ਜੀ ਅੱਜ ਉੱਠੇ ਨਹੀਂ, ਸ਼ਾਇਦ ਆਏ ਨਹੀਂ, ਕਿਉਂਕਿ ਸਿੱਖ ਹੈ। ਇਹ ਤਾਂ ਨਹੀਂ ਸੀ ਕਿ ਗੁਰੂ ਸਾਹਿਬ ਨੂੰ ਅੰਦਰੋਂ ਜਾ ਕੇ ਮੈਂ ਉਠਾਵਾਂ। ਗੁਰੂ ਸਾਹਿਬ ਜੀ ਤੇ ਆਵਾਜ਼ ਮਾਰ ਕੇ ਭਾਈ ਬੱਲੂ ਨੂੰ ਤਾਂ ਭਾਵੇਂ ਉਠਾਉਣ, ਪਰ ਗੁਰੂ ਸਾਹਿਬ ਜੀ ਨੂੰ ਮੈਂ ਕਿਵੇਂ ਉਠਾਵਾਂ। ਪਹਿਲੋਂ ਤੋਂ ਉਡੀਕਦੇ ਰਹੇ, ਦਿਨ ਚੜ੍ਹ ਗਿਆ। ਪਰ ਧੰਨ ਗੁਰੂ ਅਮਰਦਾਸ ਜੀ ਨਹੀਂ ਆਏ। ਭਾਈ ਬੱਲੂ ਜੀ ਨੇ ਦਰਵਾਜ਼ੇ ਦੇ ਅੰਦਰ ਹੋ ਕੇ ਦੇਖਿਆ, ਚੁਬਾਰੇ ਵਿੱਚ ਗੁਰੂ ਸਾਹਿਬ ਜੀ ਆਪਣੇ ਆਸਣ 'ਤੇ ਵੀ ਨਹੀਂ ਸਨ। ਹੋਰ ਉਡੀਕਦੇ ਨੇ ਕਿਤੇ ਬਾਹਰ ਗਏ ਹੋਣਗੇ, ਆ ਜਾਣਗੇ। ਪਰ ਜਦੋਂ ਨਹੀਂ ਆਏ, ਭਾਈ ਬੱਲੂ ਨੇ ਫਿਰ ਕਈਆਂ ਨੂੰ ਪੁੱਛਿਆ, ਕਈਆਂ ਨੂੰ ਦੱਸਿਆ ਕਿ ਗੁਰੂ ਸਾਹਿਬ ਜੀ ਮਿਲ ਨਹੀਂ ਰਹੇ, ਪਤਾ ਨਹੀਂ ਕਿਹੜੇ ਪਾਸੇ ਚਲੇ ਗਏ ਨੇ। ਇਹ ਤੇ ਉਤੋਂ ਦੇਖ ਰਹੇ ਨਹਿ ਪਾਇਓ, ਸੁਣ ਕਰ ਦਾਤੂ ਉਰ ਹਰ ਖਾਇਓ। ਕਿਉਂਕਿ ਇਵੇਂ ਦੀ ਗੱਲ ਜਦੋਂ ਪੁੱਛਿਆ ਜਾਏ ਕਿ ਗੁਰੂ ਸਾਹਿਬ ਜੀ ਕਿੱਥੇ ਨੇ, ਨਜ਼ਰ ਨਹੀਂ ਆ ਰਿਹਾ ਜੀ, ਇਸ਼ਨਾਨ ਵੀ ਨਹੀਂ ਕੀਤਾ, ਫੈਲਦੀ ਬੜੀ ਛੇਤੀ ਹੈ। ਔਰ ਦਾਤੂ ਜੀ ਨਾਲ ਫਿਰ ਉਹਦੇ ਚੇਲੇ ਵੀ ਆਏ ਸਨ। ਇਹ ਉਹਨਾਂ ਦੇ ਕੰਨੇ ਵੀ ਆਵਾਜ਼ ਪਈ, ਜਾ ਕੇ ਦਾਤੂ ਜੀ ਨੂੰ ਦੱਸਦੇ ਨੇ ਕਿ ਤੁਸੀਂ ਕਿਹਾ ਸੀ ਗੁਰੂ ਸਾਹਿਬ ਤੇ ਰਾਤੋਂ ਰਾਤ ਨਿਕਲ ਗਏ ਨੇ, ਤੁਹਾਡੇ ਤੇ ਗੱਲ ਬਣ ਗਈ, ਹੁਣ ਇੱਥੇ ਤੁਹਾਡੀ ਪੂਜਾ ਪੂਰੀ ਹੋਵੇਗੀ। ਇਹ ਸੁਣ ਕੇ ਦਾਤੂ ਜੀ ਬੜਾ ਖੁਸ਼ ਕਿ ਜੇ ਗੁਰੂ ਸਾਹਿਬ ਚਲੇ ਗਏ ਨੇ, ਗੁਰਤਾ ਗੱਦੀ ਲੱਗੀ ਹੈ, ਸੰਗਤਾਂ ਇੱਥੇ ਆਉਂਦੀਆਂ ਨੇ, ਇੱਥੇ ਤੇ ਡੇਰਾ ਬਣੇ ਬਣਾਇਆ ਹੈ। ਉਹ ਬੜਾ ਖੁਸ਼ ਹੈ।
गुर के वस्त सगन अपनाए, वस्त्र भूखण तन पहराए। दातू जी ने सुनदे नाल गुरु साहब दी सारियां जिहड़ियां गुरु घर दी चीज़ां सन, और चीज़ां गुरु घर विच किहड़ियां सन। गुरु साहब जी अनाज दे एक मुठ रात नूं बचन नहीं सन दिंदे, पानी का गिलास नहीं सी बचदा, पर जो भी कुछ सी वो पतीले सन, वड्डे वड्डे कड़ाए सन, गुरु घर दी जिन्नियां चीज़ां सन, दातू जी ने उन्हां ते अपना कब्जा कर लिया कि मेरी ने। गुरतागा दे बैठ सजाई, करत प्रतीखण को चले आई। दातू का अज सवेरे जिहड़ा है वो गुरता गद्दी सजा के बैठ गया जी। चेले ने चादर चुदर विछाइयां और नाल कह दिता चौंकड़ा मार के बैठो। अज देखो कल जिहड़ी संगत गुरु साहब के चरणों में झुकदी सी, जिहड़े ढेर गुरु साहब के चरणों में लगते सन चढ़ावे ते अज तुहाडे चरणों च लगणगे। गुरु साहब तो वापस कर दें सर, आप वापस थोड़ी करना है, असीं साਂਭੇ जावांगे, संगत ले ही जाएगी। और दातू जी जिहड़ा बड़ा प्रसन्न हो के चौंकड़ा मार के बैठ गया है, इंतजार कर रहे हैं कि हुणे संगत आउणगी या हुणे भीड़ लगनी शुरू होएगी। नह संगत तिस निकट गई है, करे अवज्ञा कुपत भई है। भावें गुरु पुत्र क्यों ना होवे, देखो शब्द भावें वरतते ने, चलो साडे लिए वरतने भी चाहिए ने, बाबा शब्द असीं वरत दिंदे हां, पर कदे विचार करके देखो जिहड़े गुरु नूं लत्त मारदे होण, भावें गुरु दा पुत्र क्यों ना हो, इन्ना सत्कार किते बाबे शब्द असीं वरतने हां। पर बाबे शब्द वरत्या जाता है बाबा अजीत सिंह जी, साहिबजादा बाबा जुझार सिंह जी, और उन्होंने चारों साहिबजादा नूं चेते किया जाता, क्योंकि गुरु के हुक्म विच, गुरु के भाणे विच रह के जिन्होंने गुरु लई, कौम लई अपने तन की प्रभाव नहीं की। पर एक पासे दातू है जिहड़ा गुरु साहब नूं लत्त मार के कहता कि बस हुण मेरी बल्ले बल्ले, हुण तो मैं गुरु बन गया। इंतजार करता रहा पर गुरु के सिखा ने मूँह नहीं लाया, नेड़े कोई नहीं गया, क्योंकि अवज्ञा मेरे गुरु की कीती है। देख दूर ते इत उत होए, सादर नंबर भयो नह कोई। रवाबी सिख आउंदे सन, रागां दे विच आके कीर्तन करते सन, वो भी आए। दूरों देखा कि मेरे गुरु के थां ते सुनिया, तो उन्हें भी सारा कुछ शामी देखा सी कि यह दातू गुरु बन के बैठ गया है। दूरों वेख के इधर उधर हो गए कि आवाज़ भी ना मार लेन कि आओ कीर्तन करो। सिख दूरों वेखते हैं, नमस्कारा करने वास्ते आउंदे ने, दूरों वेखते हैं दातू बैठा है, बस वो सज्जे खब्बे हो जाते हैं। नेड़े ना कोई आया, ना किसी ने सत्कार किया, ना किसी ने नमस्कार की, तो जेड़े करके बैठे से कि शायद चढ़ावे दे ढेर लग जाएंगे, और रुपया तो कितों होना सी, एक पैसा भी नहीं आया, किसी ने आके नमस्कार ही नहीं की। दुखे देख कर सिख महाने, क्या इन करियो लोभ उठाने। नमस्कार दे की करनी सी, सिख दूरों वेख के दुखी होंदे सन कि इन्हें कीता की है, एडा वड्डा कुकर्म साडे गुरु की अवज्ञा की। केवल रुपइया के लालच करके रुपये मेरे को आउणगे। निज निज थान रहे सब पैसे, तिस टिक गमणियों कोई ना कैसे। लोग आए भी, संगत आईयां भी कि दीवान लगना, पर दूरों वेख के आपो अपने घरों मुड़ गए। जेड़े सिख दूरों आके जिन्होंने डेरे लाए सन, वो आपो अपने थावां ते बैठे रहे, पर उठ के दीवान वाली थां ते नहीं आए। एकल बैठ बहुत अकलायो, हर संगत के उर नह भायो। हुण कल्ला बैठा बंदा तो वैसे भी अकुल हो जाता है, तो जेड़ा बंदा बैठे इस इंतजार में होवे कि हुण संगतां आउणगीआं, पता नहीं किन्ने कुछ रुपये आ जाएंगे, इस इंतजार च बैठा होवे ते आवे कोई ना। और ईरखा ते भांबड़ पहलों अंदर बलदे होण, वो किन्ना कोई व्याकुल होया होएगा, बड़ा व्याकुल होया जिस संगत कोई नहीं आई, नेड़े कोई नहीं लग्या। भयो उदास वस्त सब लेनी, बेसर याद सो त्यारे किन्नी। ये दोपहर तक तो बैठा रहा, पर इन्हें गल समझ गया है
कि ना थां बदलण करके ना किसी खास गद्दे के उत्ते बैठण करके संगतां ने मूँह लाउणा ही नहीं। ये तो गुरु की जोत जिथे गुरु ने जगा दी जगनी उत्थे ही है। ये गल तो समझ में आ गई कि इत्थों मिलना होर कुछ नहीं। उन्हें दोपहरे तैयारी की, सारा जिन्ना साजो समान से वो इकट्ठा किया और आप तो कुछ नहीं सी लिया। जो कुछ गुरु घर में सी वो सारा कुछ इकट्ठा किया, खच्चरां दे उत्ते लद लिया जी, जिन्ना को लद्या गया सारा लद लिया। संध्या समय चलियो दिस ग्रामू, कुछ सेवक संग जाए सो धामू। शाम का वेला हो गया जदों ये गोविंदवाल साहब तो चलिया खडूर साहब नूं अपने घर नूं, नाल उहदे कुछ कुछ चेले भी सन। मग मह निशा भये तमशायो, आन मिले तस्कर समुदायो। राह दे विच हनेरा हो गया, हनेरे च अगों आके डाकू मिल गए, क्योंकि गुरु घरों चोरी करके लिया सी। बस इनकी कहानी वो बन गई कि चोरां नूं गुमूर पै गए। और देखो गुरु घरां दे विचों जिन्हां ने चोरी की, जिन्हां ने मत्थे लाए, भावें समा लग्या है, उन्हां दे पल्ले रहा कुछ नहीं और ना ही कदे रहना है। वो डाकू अगों मिले ने ते जेड़े नाल सेवक सन दास बन के मित्र बन के आए सन कि तेरी बल्ले बल्ले हो जानी है। भाजे दास लूट सब लयो, होए शूश घर पहुंचत पयो। नाल दे ते डाकू नूं वेख के छड्ड के भज गए कि ये जेड़े खाली पतीले ही ने लै जाओ लद के, इत्थे किहड़ा रुपईए ने, असीं लद के लै तुसीं लै दो, पर सानूं असीं मत्था नहीं ला सकते। वो तो छात छड्ड के भज गए, कल्ला रह गया और वो भी खाली। लुट के लिया सी, चुरा के लिया सी, पर खाली हथ वापस अपने घर पहुंचा। घर के बस्तर भूखण खोए, हते लात तिस मह दुख होए। उतों तो लुट के लियाउण दा यतन किया सी, पर कुछ जेड़े अपने घर दे अंदर गहने सन, क्योंकि इनू लगता सी शायद सोना पा के बैठांगे लोग तां आउणगे। गल विच भी पा के रखता सी, हत्थां 'च भी पा के रखता सी, वो भी डाकू लैके खो के। जेड़े लत धन गुरु अमरदास जी ने मारी सी, शाम तक उस लत विच पीड़ भी शुरू हो गई, क्योंकि सतगुरु जी के बचन सह सुभाई कहे सन कि गुरु पुत्र हो के ते दर्द तो नहीं हुई, पीड़ तो नहीं हुई। वो तो होनी सी, शाम को पीड़ भी शुरू हो गई। घर में बैठ बिसूरियो फेर, मैं कुकर्म क्या कीन बडेर। घर में बैठा होया फिर पछताए, चूरदा है कि जेड़ी लत दे पीड़ है वो वधदे जांदे है, और चूरदा होया कहंदा कि मैं की कुकर्म कर लिया। समझ ते पै गई गुरु बन गया सा, पर गुरु इवें बनया नहीं सी जाना। कुकर्म कर बैठा, गुरु नूं लत मारी, लुट के लिया, वो सारा कुछ डाकू लै गए। जेड़े लत मारी हुण उस लत दे विच पीड़ है। गयो दरब को घर ते खोयो, हते लात ते रुजबो होयो। कि जेड़ा लुट के लिया सी वो तो गया गया, घर का भी लुटिया गया। लत मारी, उस लत दे विच रोग लग गया है। लज्जत होए प्रविश्यो घर माही, बहुर गर्भ कर निकस्यो नाही। एक घर जान तो पहलों घर जांदे जांदे लत दुखनी शुरू हो गई। शर्मशार भी होया, पछतांदा होया घर विच वड़िया, और फिर शर्म दा मारिया कई दिन घर दे विचों बाहर निकली नहीं। शोक विख्या व्याकुल बोह रहे हो, अपनों खोट ना कहे सू कहियो। क्योंकि काम ही खोटा कीता सी, काम कोई चंगा करे तो फिर तो ढोल वजा वजा के भी दसदा कि मैं कीता है, पर जो समझ लग गई कि काम किता ही माड़ा, किता ही खोटा है, किसी को दसे भी किवें। और इवें दा खोटा काम किया होया जे किसी को ना दसीए तो फिर बंदा उस खोटे काम नूं जान भी जाए, अंदरों अंदर ही पछताउंदा है, चूरदा है। ये पछता रहा है, अंदरों अंदर दुखी हो रहा है, पर दुख किसी नाल साझा भी नहीं कर रहा। गोविंद मां वान मिले सिख सारे, लाए दीवान विचार विचारे। उधरों गोविंदवाल साहब सिख इकट्ठे हुए,
शाम तक गुरु साहब जी का पता नहीं लगे। शामी दीवान लगा है, अज सवेर का दीवान तो होया नहीं। रबाबी सिख आए ने, उन्होंने शब्द कीर्तन किया है, भोग पाया गया है। सिख इकट्ठे होकर फिर विचारा करते हैं। गुर बिन व्याकुल बहु मुरझाए, बिन सूरज पंकज समुदाए। कि गुरु साहब जी के दर्शन नहीं हो रहे, गुरु साहब जी का पता ही नहीं लग रहा गुरु साहब जी गए कितने ने। तो सिखां के चेहरे बिल्कुल मुरझाए पे सन। इस तरह जिवें कवल का फुल है, सूरज ना निकले, सूरज ना दसे, सूरज तो बिना हुक्म ला जाता है। इवें गुरु के सिख जिहड़े मुरझाए हुए ने, अगे जिवें गुरु साहब जी कृपा करनगे, गुरु साहब की जिवें भाल करनी है बाबा बुढ़ा साहब जी ने, वो आप कल विचारांगे समय के मुताबिक। इतनी बेनती प्रवान करनी जो हुई भुलों की खिमा। आओ 1-2 मिनट होर रसना के नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु